ਰਾਤ ਦੇ 12 ਕੁ ਵੱਜ ਚੁੱਕੇ ਸੀ ਜਦੋਂ ਬਾਹਰੋਂ ਕਿਸੇ ਸਾਈਕਲ ਦੇ ਟੁੱਟੇ ਹੋਏ ਪੈਡਲਾਂ ਦੀ ਆਵਾਜ਼ ਜੀਤ ਨੂੰ ਸੁਣਾਈ ਦਿੱਤੀ। ਇਸ ਦੇ ਨਾਲ ਹੀ ਜੀਤ ਦੇ ਚਿੰਤਾ 'ਚ ਧੜਕ ਰਹੇ ਦਿਲ ਵਿੱਚ ਇੱਕ ਬਿਜਲੀ ਜਿਹੀ ਦੌੜ ਗਈ। ਉਹ ਇਹ ਆਵਾਜ਼ ਸੁਣ ਕੇ ਸਮਝ ਗਈ ਕਿ ਉਸਦੇ ਪਤੀ ਦੇਵ ਆ ਗਏ ਨੇ। ਹੁਣ ਆ ਵੜੇ ਅੱਧੀ ਰਾਤ ਨੂੰ ਉਸਨੇ ਮਨ ਹੀ ਮਨ ਵਿੱਚ ਬੁੜਬੁੜਾਉਂਦਿਆਂ ਦਰਵਾਜ਼ੇ ਦੀ ਕੁੰਡੀ ਖੋਲ੍ਹ ਦਿੱਤੀ। ਉਸਦੀ ਪਰੇਸ਼ਾਨੀ ਦੀ ਕੋਈ ਹੱਦ ਨਾ ਰਹੀ। ਬਾਹਰ ਵਿਹੜੇ ਵਿੱਚ ਤਾਂ ਕੋਈ ਵੀ ਨਹੀਂ ਸੀ, ਨਾ ਸਾਈਕਲ ਵਾਲਾ। ਜੀਤ ਨੇ ਡਰਦਿਆਂ ਵਿਹੜੇ ਤੋਂ ਬਾਹਰ ਗਲੀ ਵਿੱਚ ਵੇਖਿਆ ਤਾਂ ਇੱਕ ਗਊ ਵਿਹੜੇ ਦੀ ਕੰਧ ਉੱਪਰੋਂ ਸੁੱਕੀ ਹੋਈ ਤੋਰੀ ਦੀ ਵੇਲ ਨੂੰ ਖਿੱਚ ਰਹੀ ਸੀ। ਇਸੇ ਵੇਲ ਦੇ ਸੁੱਕੇ ਪੱਤਿਆਂ ਦੀ ਆਵਾਜ਼ ਹੀ ਸਾਈਕਲ ਦੀ ਆਵਾਜ਼ ਲੱਗੀ ਸੀ। ਅਜੀਤ ਇੱਕ ਅਜੀਬ ਸੋਚ ਵਿੱਚ ਡੁੱਬੀ ਅੰਦਰ ਆ ਗਈ ਤੇ ਬੱਚਿਆਂ ਵਾਲੇ ਮੰਜੇ ਉੱਤੇ ਬੈਠ ਗਈ, ਜਿੱਥੇ ਗੋਗੀ ਅਤੇ ਰਾਜੂ ਘੂਕ ਸੁੱਤੇ ਪਏ ਸੀ। ਉਸਨੇ ਪਲ ਦੀ ਪਲ ਭੋਲੇ ਭਾਲੇ ਚਿਹਰਿਆਂ ਨੂੰ ਚੁੰਮਿਆ। ਉਸਨੂੰ ਲੱਗਿਆ ਜਿਵੇਂ ਮੱਸਿਆ ਦੀ ਕਾਲੀ ਬੋਲੀ ਰਾਤ ਪੂਰਨਮਾਸੀ ਦਾ ਚਿੱਟਾ ਦੁੱਧ ਚੰਨ ਲੈ ਕੇ ਆਈ ਹੋਵੇ। ਜਿਉਂ ਹੀ ਜੀਤ ਨੇ ਗੋਗੀ ਦਾ ਗੋਰਾ ਚਿੱਟਾ ਮੱਥਾ ਚੁੰਮਿਆ, ਝੱਟ ਗੋਗੀ ਜੋ ਅਜੇ 2 ਕੁ ਸਾਲ ਦੀ ਸੀ, ਨੀਂਦ ਵਿੱਚ ਬੁੜਬੁੜਾਈ, ਝਾਈ ਤੇਲਾ ਲਊਂਗੀ, ਤੇਲਾ ਲੈਣਾ ਏ, ਪੈਸੇ ਦੇ ਝਾਈ। ਗੋਗੀ ਦੇ ਇਹਨਾਂ ਸ਼ਬਦਾਂ ਨੇ ਜੀਤ ਦੇ ਦਿਲ ਨੂੰ ਪੀੜੋ ਪੀੜ ਕਰ ਦਿੱਤਾ। ਦਿਨ ਵਾਲੀ ਗੱਲ ਗੋਗੀ ਨੂੰ ਅਜੇ ਤੱਕ ਨਹੀਂ ਸੀ ਭੁੱਲੀ। ਜਿਉਂ ਹੀ ਜੀਤ ਨੇ ਗੋਗੀ ਨੂੰ ਸਲਾਉਣ ਲਈ ਥਾਪੜਿਆ, ਗੋਗੀ ਦੀ ਜਾਗ ਖੁੱਲ੍ਹ ਗਈ ਤੇ ਉਸਨੇ ਕੇਲਾ ਲੈਣ ਲਈ ਜਿੱਦ ਨੂੰ ਬਾਰ-ਬਾਰ ਦੁਹਰਾਉਣਾ ਸ਼ੁਰੂ ਕਰ ਦਿੱਤਾ। ਗੋਗੀ ਬੱਚੀ ਹੁਣ ਸੌਂ ਜਾ, ਰਾਤ ਵੇਲੇ ਕੇਲੇ ਖਾਣ ਨਾਲ ਢਿੱਡ ਦੁਖਣ ਲੱਗ ਜਾਂਦਾ ਏ। ਸਵੇਰੇ ਬਹੁਤ ਸਾਰੇ ਕੇਲੇ ਖਾ ਲਵੀਂ, ਤੇਰੇ ਪਾਪਾ ਤੇਰੇ ਲਈ ਬਹੁਤ ਸਾਰੇ ਕੇਲੇ ਲਿਆਉਣਗੇ। ਜੀਤ ਗੋਗੀ ਨੂੰ ਵਡਿਆ ਰਹੀ ਸੀ, ਪਰ ਗੋਗੀ ਫੇਰ ਬੋਲ ਪਈ, ਮੈਂ 2 ਕੇਲੇ ਲਊਂਗੀ। ਹਾਂ ਤੈਨੂੰ ਜ਼ਰੂਰ 2 ਕੇਲੇ ਦੇਵਾਂਗੀ। ਜੀਤ ਨੇ ਗੋਗੀ ਨੂੰ ਭਰੋਸਾ ਦਿਵਾਇਆ, ਕਿਉਂਕਿ ਜੀਤ ਨੂੰ ਪਤਾ ਸੀ ਕਿ ਅੱਜ ਉਸਦੇ ਪਤੀ ਨੂੰ ਇੱਕ ਸਕੂਟਰ ਦੀ ਮੁਰੰਮਤ ਦੇ 15 ਰੁਪਏ ਮਿਲਣ ਵਾਲੇ ਨੇ, ਵਿੱਚੋਂ 6 ਰੁਪਏ ਦਾ ਇੱਕ ਹਫ਼ਤੇ ਦਾ ਰਾਸ਼ਨ, 2-2.5 ਰੁਪਏ ਦਾ ਰਾਜੂ ਦੀ ਸਕੂਲ ਡਰੈਸ ਦਾ ਨੀਲੇ ਰੰਗ ਦਾ ਕਮੀਜ਼ ਲਈ ਕੱਪੜਾ, ਪਰ ਸਵੈਟਰ ਦੀ ਉੱਨ ਵੀ ਲੈਣੀ ਸੀ। ਰਾਜੂ ਰੋਜ਼ ਇੰਨੀ ਠੰਡ ਵਿੱਚ ਬਿਨਾਂ ਸਵੈਟਰ ਤੋਂ ਸਕੂਲ ਜਾਂਦਾ ਸੀ। ਕੁਝ ਵੀ ਹੋਵੇ, ਰਾਜੂ ਗੋਗੀ ਲਈ 1 ਦਰਜਨ ਕੇਲੇ ਇਹਨਾਂ ਪੈਸਿਆਂ ਵਿੱਚੋਂ ਜ਼ਰੂਰ ਲਿਆ ਕੇ ਦੇਵੇਗੀ, ਨਹੀਂ ਤਾਂ ਗੋਗੀ ਸਾਰਾ ਦਿਨ ਸਿਰ ਖਾਂਦੀ ਰਹੂ। ਉਹ ਇੱਕ ਵਾਰ ਕਿਸੇ ਚੀਜ਼ ਦੇ ਜਿੱਦ ਪੈ ਜਾਵੇ ਤਾਂ ਭੁੱਲਦੀ ਥੋੜਾ ਸੀ ਗੱਲ ਨੂੰ। ਗੋਗੀ ਹੁਣ ਸੌਂ ਗਈ ਸੀ, ਪਰ ਜੀਤ ਜਿਉਂ ਦੀ ਤਿਉਂ ਆਪਣੇ ਪਤੀ ਦੇ ਦੇਰ ਨਾਲ ਆਉਣ ਦੀ ਚਿੰਤਾ ਵਿੱਚ ਬੇਚੈਨ ਬੈਠੀ ਸੀ। ਉਸਨੇ ਕਈ ਵਾਰ ਨੀਨੀ ਦੇ ਘਰ ਜਾਣ ਬਾਰੇ ਸੋਚਿਆ ਸੀ ਕਿ ਨੀਨੀ ਦਾ ਪਾਪਾ ਕਿ ਗੋਗੀ ਦੇ ਪਾਪੇ ਦੀ ਕਿਧਰੇ ਭਾਲ ਕਰੇ, ਪਰ ਉਸਨੂੰ ਝੱਟ ਹੀ ਦੂਜਾ ਖਿਆਲ ਆ ਜਾਂਦਾ, ਨਹੀਂ ਐਸਾ ਕਰਨ ਨਾਲ ਜੇ ਕਿਧਰੇ ਨੀਨੀ ਦੇ ਪਾਪੇ ਨੂੰ ਪਤਾ ਲੱਗ ਗਿਆ ਕਿ ਗੋਗੀ ਦਾ ਪਾਪਾ ਰੋਜ਼ ਸ਼ਰਾਬ ਪੀ ਕੇ ਘਰ ਆਉਂਦਾ ਹੈ ਤਾਂ ਖਾਮ-ਖਾਮ ਮੁਹੱਲੇ ਵਿੱਚ ਰੌਲਾ ਪੈ ਜਾਊ, ਨਾਲੇ ਵਾਧੂ ਦੀ ਬੇਇੱਜ਼ਤੀ ਹੋਊ ਗੋਗੀ ਦੇ ਪਾਪੇ ਦੀ। ਲੋਕੀ ਕੀ ਕਹਿਣਗੇ, ਘਰ ਵਿੱਚ ਰਾਸ਼ਨ ਲਈ ਪੈਸੇ ਨਹੀਂ ਹੁੰਦੇ ਤੇ ਸ਼ਰਾਬ ਪੀਣ ਲਈ ਰੋਜ਼ ਬੋਤਲ ਚਾਹੀਦੀ ਹੈ। ਸੱਚਮੁੱਚ ਜੇ ਘਰ ਵਿੱਚ ਅੱਜ 4 ਰੁਪਏ ਵੀ ਹੁੰਦੇ ਤਾਂ ਜੀਤ ਰਾਸ਼ਨ ਤੇ ਆਟਾ ਤਾਂ ਜ਼ਰੂਰ ਹੀ ਲੈ ਆਉਂਦੀ, ਚੀਨੀ ਭਾਵੇਂ ਛੱਡ ਦਿੰਦੀ। ਢਿੱਡ ਦੀ ਅੱਗ ਬੁਝਾਉਣ ਲਈ ਆਟਾ ਪਹਿਲੀ ਚੀਜ਼ ਸੀ ਇਸ ਘਰ ਵਿੱਚ। ਸੋਚਾਂ ਵਿੱਚ ਉਸਦੀ ਨਿਗਾਹ ਸਾਹਮਣੇ ਪਈ ਪੁਰਾਣੀ ਜਿਹੀ ਘੜੀ ਉੱਤੇ ਪਈ, ਜਿਸ ਦੀ ਟਿਕ-ਟਿਕ ਜੀਤ ਦੇ ਡਰ ਨਾਲ ਸਹਿਮੇ ਦਿਲ ਦੀ ਧੜਕਣ ਦਾ ਸਾਥ ਦੇ ਰਹੀ ਸੀ। ਹੁਣ ਤਾਂ 2 ਵੱਜਣ ਵਾਲੇ ਸੀ। ਕੀ ਕਰਾਂ, ਪੱਪੂ ਦੀ ਬੀਬੀ ਨੂੰ ਹੀ ਜਗਾਵਾਂ ਜਾ ਕੇ, ਸ਼ਾਇਦ ਉਸਦਾ ਆਦਮੀ ਦੁਕਾਨ ਤੱਕ ਦੇਖ ਆਵੇ। ਉਹ ਉੱਠ ਕੇ ਦਰਵਾਜ਼ੇ ਵੱਲ ਵਧੀ ਹੀ ਸੀ ਕਿ ਉਸਨੂੰ ਕਿਸੇ ਦੇ ਪੈਰਾਂ ਦੀ ਚਾਪ ਸੁਣਾਈ ਦਿੱਤੀ। ਹੁਣ ਜ਼ਰੂਰ ਗੋਗੀ ਦੇ ਪਾਪਾ ਹੀ ਹੋਣਗੇ।
ਪਰ ਉਹਨਾਂ ਦੀਆਂ ਟੁੱਟੀਆਂ ਰਬੜ ਦੀਆਂ ਚੱਪਲਾਂ ਦੀ ਠੱਪ-ਠੱਪ ਦੀ ਆਵਾਜ਼ ਤਾਂ ਅਲੱਗ ਹੀ ਹੁੰਦੀ ਹੈ। ਫਿਰ ਵੀ ਉਸਨੇ ਦਰਵਾਜ਼ਾ ਖੋਲ੍ਹ ਕੇ ਬਾਹਰ ਤੱਕਿਆ, ਪਰ ਉੱਥੇ ਤਾਂ ਮੱਸਿਆ ਦੀ ਕਾਲੀ ਬੋਲੀ ਰਾਤ ਦੀ ਛਾਂ-ਛਾਂ ਤੋਂ ਬਿਨਾਂ ਹੋਰ ਤਾਂ ਕੁਝ ਵੀ ਨਹੀਂ ਸੀ। ਪਰ ਹੁਣੇ-ਹੁਣੇ ਗਲੀ ਵਿੱਚੋਂ ਕੋਈ ਲੰਘਿਆ ਜ਼ਰੂਰ ਸੀ। ਉਸਨੇ ਹਨੇਰੇ ਵਿੱਚੋਂ ਕੋਈ ਪਰਛਾਈ ਲੱਭਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਕੋਈ ਗਵਾਂਢੀ ਉਸ ਦੀ ਚਿੰਤਾ ਵਿੱਚ ਫਸੀ ਜਾਣ ਦਾ ਉਪਾਅ ਕਰ ਸਕੇ। ਇੰਨੇ ਵਿੱਚ ਉਸ ਨੂੰ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ। ਉਹ ਡਰ ਨਾਲ ਭੱਜ ਕੇ ਅੰਦਰ ਆ ਗਈ। ਦੇਖਿਆ ਤਾਂ ਬਿੱਲੀ ਨੇ ਆ ਕੇ ਦੁੱਧ ਵਾਲੀ ਪਤੀਲੀ ਦਾ ਢੱਕਣ ਉਤਾਰ ਕੇ ਪਤੀਲੀ ਮੂਦੀ ਕਰ ਦਿੱਤੀ ਸੀ, ਜਿਸ ਵਿੱਚ ਰਾਜੂ ਲਈ ਸੰਟਾਂਕ ਦੁੱਧ ਪਿਆ ਸੀ। ਜੀਤ ਨੇ ਬਿੱਲੀ ਦੇ ਬਾਹਰ ਨਿਕਲਦਿਆਂ ਹੀ ਡਰਦਿਆਂ ਹੋਇਆਂ ਕੁੰਡੀ ਲਾ ਲਈ ਤੇ ਫੇਰ ਸੋਚਾਂ ਦੇ ਸਮੁੰਦਰ ਵਿੱਚ ਟੁੱਬੀਆਂ ਲਾਉਣ ਲੱਗ ਪਈ। ਉਸ ਨੂੰ ਨੀਂਦ ਵੀ ਤਾਂ ਨਹੀਂ ਸੀ ਆ ਰਹੀ। ਉਸ ਨੂੰ ਇੰਜ ਲੱਗਿਆ ਜਿਵੇਂ ਨੀਂਦ ਤੇ ਗੋਗੀ ਦੇ ਪਾਪਾ ਉਸ ਨਾਲ ਦੋਵੇਂ ਹੀ ਰੁੱਸ ਗਏ ਨੇ। ਪਰ ਕਿਉਂ? ਮੈਂ ਤਾਂ ਅੱਗੇ ਵੀ ਕਦੇ ਦੇਰ ਨਾਲ ਆਉਣ ਤੇ ਉਹਨਾਂ ਨੂੰ ਕੁਝ ਨਾ ਪੁੱਛਿਆ ਕਿ ਦੇਰ ਨਾਲ ਕਿਉਂ ਆਏ ਹੋ, ਕਿੱਥੋਂ ਆਏ ਹੋ। ਜੇਕਰ ਇਹ ਗੱਲ ਪੁੱਛ ਲਈ ਤਾਂ ਘਰ ਵਿੱਚ ਅਸ਼ਾਂਤੀ ਫੈਲ ਜਾਵੇਗੀ ਤੇ ਪਿੱਛੋਂ ਇੱਕ ਚੁੱਪ ਚਾਰ ਚਪੇਰੇ ਛਾ ਜਾਵੇਗੀ। ਫਿਰ ਇਹ ਕਿਸੇ ਗ੍ਰਸਤੀ ਦਾ ਘਰ ਨਾ ਰਹਿ ਕੇ ਕਿਸੇ ਜੰਗਲੀ ਦੀ ਜੰਗਲ ਵਿੱਚ ਸਰਾਪੀ ਹੋਈ ਕੁਟੀਆ ਬਣ ਜਾਵੇਗੀ। ਨਹੀਂ, ਮੈਂ ਉਹਨਾਂ ਕੋਲੋਂ ਕੁਝ ਨਹੀਂ ਪੁੱਛਾਂਗੀ, ਪਰ ਉਹ ਆ ਤਾਂ ਜਾਣ। ਖਬਰੇ ਰਸਤੇ ਵਿੱਚ ਹੀ ਕਿਧਰੇ ਕੁਝ ਹੋ ਗਿਆ ਹੋਵੇ। ਨਹੀਂ, ਐਸਾ ਨਹੀਂ ਹੋ ਸਕਦਾ। ਕਰਵਾ ਚੌਥ ਵਾਲੇ ਦਿਨ ਮੈਂ ਹਮੇਸ਼ਾ ਦੇਵੀ ਮਾਤਾ ਕੋਲੋਂ ਇਹੀ ਮੰਗਦੀ ਹਾਂ ਕਿ ਮੇਰੀ ਉਮਰ ਵੀ ਇਹਨਾਂ ਨੂੰ ਲੱਗ ਜਾਵੇ, ਪੂਰੇ 100 ਵਰ੍ਹੇ ਦੀ ਉਮਰ ਹੋਵੇ ਇਹਨਾਂ ਦੀ। ਉਸਨੇ ਅੱਜ ਵੀ ਮਨ ਹੀ ਮਨ ਮਾਤਾ ਦੀ ਸੁੱਖ ਮੰਨੀ। ਉਹ ਠੀਕ ਠਾਕ ਘਰ ਆ ਜਾਣ, ਮੈਂ ਚੁੰਨੀ ਚੜਾਵਾਂ ਮਾਤਾ ਦੇ ਦਰਬਾਰ ਤੇ। ਬਸ ਸੁੱਖ ਸੁੱਖਣ ਦੀ ਦੇਰ ਸੀ ਕਿ ਸੱਚੀ ਮੁੱਚੀ ਦਰਵਾਜ਼ੇ ਉੱਤੇ ਠਕ ਠਕ ਦੀ ਆਵਾਜ਼ ਸੁਣਾਈ ਦਿੱਤੀ। ਚਲੋ ਦੇਰ ਆਏ ਦਰੁਸਤ ਆਏ। ਉੱਠਦਿਆਂ ਦਰਵਾਜ਼ੇ ਤੱਕ ਪਹੁੰਚਦਿਆਂ ਠਕ ਠਕ ਦੀ ਆਵਾਜ਼ ਹੋਰ ਤੇਜ਼ ਹੋ ਗਈ। ਜੀਤ ਨੇ ਕੰਬਦੇ ਹੱਥਾਂ ਨਾਲ ਕੁੰਡੀ ਖੋਲ੍ਹੀ। ਵੇਂ ਦਰਵਾਜ਼ੇ ਚੰਗੀ ਤਰ੍ਹਾਂ ਖੁੱਲ੍ਹਣ ਦੇ ਉੱਤੇ ਵੀ ਗੋਗੀ ਦੇ ਪਾਪਾ ਅੰਦਰ ਨਹੀਂ ਲੰਘੇ, ਨਾ ਹੀ ਕੋਈ ਹੋਰ ਆਵਾਜ਼ ਫੇਰ ਸੁਣਾਈ ਦਿੱਤੀ। ਉਸਨੇ ਬਾਹਰ ਹਨੇਰੇ ਵਿੱਚ ਵੇਖਣ ਲਈ ਹਿੰਮਤ ਕਰਕੇ ਤੀਲੀ ਜੁਲਾਈ। ਸਾਰੀ ਤੀਲੀ ਜਲ ਗਈ, ਪਰ ਬਾਹਰ ਤਾਂ ਕੋਈ ਵੀ ਨਹੀਂ ਸੀ। ਜੀਤ ਨੂੰ ਕੰਬਣੀ ਚਿੜ ਗਈ। ਡਰ ਨਾਲ ਉਸਦੀਆਂ ਲੱਤਾਂ ਕੰਬਣ ਲੱਗ ਪਈਆਂ। ਬਾਹਰ ਵਿਹੜੇ ਵਿੱਚ ਜਾਣਾ ਉਸਨੂੰ ਮੁਹਾਲ ਲੱਗ ਰਿਹਾ ਸੀ। ਜੀਤ ਨੇ ਫੇਰ ਹਿੰਮਤ ਕਰਕੇ ਦੂਜੀ ਤੀਲੀ ਜਲਾਈ ਤੇ ਮਨ ਹੀ ਮਨ ਵਿੱਚ ਰਾਮ ਕਰਦੀ ਉਹ ਵਿਹੜੇ ਵਿੱਚ ਆ ਗਈ। ਹੁਣ ਫੇਰ ਠਕ ਠਕ ਦੀ ਆਵਾਜ਼ ਉਸਨੂੰ ਸੁਣਾਈ ਦੇ ਰਹੀ ਸੀ। ਉਸਨੇ ਡਰਦਿਆਂ ਅੱਗੇ ਵੱਧ ਕੇ ਵੇਖਿਆ ਕਿ ਇੱਕ ਕਾਲਾ ਕੁੱਤਾ ਰਾਜੂ ਲਈ ਸਾਣਬੂਰ ਦੇ ਬਣਾਏ ਦਲੀਏ ਦੀ ਜੂਠੀ ਸਿਲਵਰ ਦੀ ਤਸਤਰੀ ਚੱਟ ਰਿਹਾ ਸੀ। ਇਸ ਖਾਲੀ ਤਸਤਰੀ ਦੇ ਘੜੀ ਚੱਟਣ ਨਾਲ ਹੀ ਠਕ ਠਕ ਦੀ ਆਵਾਜ਼ ਸੁਣਾਈ ਦੇ ਰਹੀ ਸੀ, ਜੋ ਜੀਤ ਨੂੰ ਦਰਵਾਜ਼ੇ ਉੱਤੇ ਦਸਤਕ ਦੇ ਵਾਂਗ ਲੱਗੀ ਸੀ। ਜੀਤ ਕੁੱਤੇ ਨੂੰ ਵਿਹੜੇ ਵਿੱਚੋਂ ਬਾਹਰ ਕੱਢ ਕੇ ਦੁਬਾਰਾ ਅੰਦਰ ਆ ਕੇ ਰਾਜੂ ਅਤੇ ਗੋਗੀ ਦੇ ਮੰਜੇ ਦੀਆਂ ਪੈਂਦਾਂ ਉੱਤੇ ਰਜਾਈ ਦਾ ਪੱਲਾ ਲੈ ਕੇ ਬੈਠ ਗਈ। ਰੱਬ ਖੈਰ ਕਰੇ, ਇੰਨੀ ਦੇਰ ਤਾਂ ਉਹਨਾਂ ਨੇ ਅੱਗੇ ਕਦੇ ਨਹੀਂ ਸੀ ਕੀਤੀ। ਜੇ ਖੇਲ ਦੇਖਣ ਜਾਂਦੇ ਸੀ ਤਾਂ ਵੀ 1-2 ਵਜੇ ਤੱਕ ਘਰ ਪਹੁੰਚ ਹੀ ਜਾਂਦੇ ਸੀ। ਉਹ ਮਨ ਹੀ ਮਨ ਅੱਖਾਂ ਮੀਚ ਪਰਮਾਤਮਾ ਦਾ ਧਿਆਨ ਕਰਨ ਲੱਗੀ, ਪਰ ਉਸ ਦਾ ਧਿਆਨ ਤਾਂ ਸੜਕਾਂ ਉੱਤੇ ਆਪਣੇ ਪਤੀ ਨੂੰ ਲੱਭਣ ਵਾਸਤੇ ਤੁਰ ਪਿਆ ਸੀ। ਉਸਨੇ ਝੱਟ ਅੱਖਾਂ ਖੋਲੀਆਂ ਤਾਂ ਦੇਖਿਆ ਸਾਹਮਣੇ ਹੁਣ ਤੱਕ ਜਲ ਰਹੀ ਲਾਲਟੈਨ ਦੀ ਰੋਸ਼ਨੀ ਮੱਧਮ ਪੈਂਦੀ ਜਾ ਰਹੀ ਸੀ। ਜੀਤ ਨੂੰ ਇਸ ਦਾ ਕਾਰਨ ਸਮਝਣ ਵਿੱਚ ਕੋਈ ਅਚੰਭਾ ਨਾ ਹੋਇਆ। ਗਵਾਂਢਣ ਕੋਲੋਂ ਮੰਗਿਆ ਮਿੱਟੀ ਦਾ ਥੋੜਾ ਜਿਹਾ ਤੇਲ ਹੁਣ ਜੀਤ ਦਾ ਸਾਥ ਦੇਣ ਤੋਂ ਇਨਕਾਰ ਕਰ ਰਿਹਾ ਸੀ। ਇਸ ਲਈ ਬਿਨਾਂ ਤੇਲ ਤੋਂ ਜਲਦੀ ਬੱਤੀ ਨੂੰ ਬੁਝਾ ਮਾਚਸ ਸਰਾਣੇ ਰੱਖ। ਉਹ ਆਪ ਵੀ ਹੌਲੀ ਜਿਹੀ ਬੱਚਿਆਂ ਦੇ ਪੈਰਾਂ ਵਿੱਚ ਹੀ ਟੇਢੀ ਹੋ ਗਈ।
ਮੰਜੇ ਉੱਤੇ ਪਿੱਠ ਲਾਉਣ ਦੀ ਢਿੱਲ ਸੀ ਕਿ ਉਸਨੂੰ ਨੀਂਦ ਆ ਗਈ। ਸੁਪਨੇ ਵਿੱਚ ਉਸਨੇ ਦੇਖਿਆ ਕਿ ਉਸਦੇ ਪਤੀ ਦੇਵ ਆ ਗਏ ਨੇ। ਆਉਂਦਿਆਂ ਹੀ ਉਹਨਾਂ ਨੇ ਜੀਤ ਨੂੰ ਪਿਆਰ ਭਰੇ ਸ਼ਬਦਾਂ ਵਿੱਚ ਪੁੱਛਿਆ, ਜੀਤ ਅੱਜ ਤੂੰ ਸੁੱਤੀ ਨਹੀਂ? ਐਨੀ ਰਾਤ ਲੰਘ ਗਈ, ਮੇਰੀ ਉਡੀਕ ਨਾ ਕਰਿਆ ਕਰ, ਤੂੰ ਸੌਂ ਜਾਇਆ ਕਰ ਆਰਾਮ ਨਾਲ। ਇਹਨਾਂ ਪਿਆਰ ਭਰੇ ਸ਼ਬਦਾਂ ਨਾਲ ਹੀ ਉਸਦੀ ਅੱਖ ਖੁੱਲ ਗਈ। ਉਸਨੇ ਉੱਠ ਕੇ ਦੇਖਿਆ ਕਿ ਗੋਗੀ ਦੇ ਭਾਪੇ ਦਾ ਬਿਸਤਰਾ ਤਾਂ ਹਜੇ ਤੱਕ ਖਾਲੀ ਪਿਆ ਸੀ। ਉਸਨੇ ਕੋਲ ਪਈ ਗੋਗੀ ਉੱਪਰ ਆਪਣੀ ਰਜਾਈ ਦਾ ਪੱਲਾ ਖਿੱਚ ਕੇ ਉਸਦੇ ਉੱਪਰ ਕਰ ਦਿੱਤਾ। ਫਿਰ ਉਸਨੂੰ ਦੂਰ ਕਿਤੇ ਕਿਧਰੋਂ ਮੁਰਗੇ ਦੀ ਪਹਿਲੀ ਵਾਂਗ ਸੁਣਾਈ ਦਿੰਦੀ ਹੈ। ਹੁਣ ਸਵੇਰਾ ਹੋਣ ਹੀ ਵਾਲਾ ਸੀ। ਉਸਨੇ ਖਾਲੀ ਬਿਸਤਰਾ ਲਪੇਟ ਮੰਜਾ ਖੜਾ ਕਰ ਦਿੱਤਾ। ਬਾਹਰੋਂ ਕੁੰਡੀ ਮਾਰ ਕੇ ਉਹ ਚੁਪਕੇ ਜੇ ਨੀਨੀ ਦੇ ਬੀਬੀ ਦੇ ਘਰ ਵੱਲ ਨੂੰ ਹੋ ਤੁਰੀ, ਜਿਸ ਦੁਕਾਨ ਉੱਤੇ ਨੀਨੀ ਦਾ ਪਾਪਾ ਸਕੂਟਰ ਸਾਈਕਲ ਠੀਕ ਕਰਦਾ ਸੀ। ਗੋਗੀ ਦੇ ਪਾਪੇ ਦੇ ਮਕਾਨ ਮਾਲਕ ਦੀ ਦੁਕਾਨ ਵੀ ਉਸ ਦੇ ਨਾਲ ਹੀ ਸੀ। ਨੀਨੀ ਦੇ ਪਾਪੇ ਤੋਂ ਜ਼ਰੂਰ ਗੋਗੀ ਦੇ ਪਾਪੇ ਦਾ ਕੁਝ ਨਾ ਕੁਝ ਪਤਾ ਲੱਗ ਜਾਵੇਗਾ। ਜੀਤ ਮਨ ਹੀ ਮਨ ਪਰਮਾਤਮਾ ਅੱਗੇ ਬੇਨਤੀ ਕਰਦੀ ਹੋਈ ਨੀਨੀ ਦੇ ਬੀਬੀ ਦੇ ਘਰ ਵੱਲ ਵੱਧਦੀ ਜਾ ਰਹੀ ਸੀ। ਹੇ ਭਗਵਾਨ, ਸੁੱਖ ਰੱਖੀ, ਸੁੱਖ ਦਾ ਦਿਨ ਚੜ੍ਹਾਈ, ਮੇਰੇ ਸੁਹਾਗ ਦੀ ਲਾਜ ਰੱਖੀ, ਤੇਰੇ ਬਿਨਾ ਮੇਰਾ ਹੋਰ ਕੋਈ ਨਹੀਂ ਸਹਾਈ। ਮੂੰਹ ਹਨੇਰੇ ਵਿੱਚ ਦੂਰੋਂ ਨੀਨੀ ਦੀ ਬੀਬੀ ਉਸ ਨੂੰ ਆਪਣੇ ਵੱਲ ਆਉਂਦੀ ਦਿਖਾਈ ਦਿੱਤੀ। ਉਸ ਦਾ ਚਿਹਰਾ ਮੁਰਝਾਇਆ ਜਿਹਾ ਹੋਇਆ ਲੱਗਦਾ ਸੀ। ਨਾਲ ਹੀ ਕੁਝ ਗੁੱਸੇ ਦੇ ਚਿੰਨ੍ਹਾਂ ਦੀ ਪਰਛਾਈ ਵੀ ਨਜ਼ਰ ਆਉਂਦੀ ਸੀ। ਉਸ ਦੇ ਕੋਲ ਆਉਂਦਿਆਂ ਹੀ ਜੀਤ ਨੇ ਕਿਹਾ, ਭੈਣ ਜੀ, ਪੱਪੂ ਦਾ ਪਾਪਾ ਘਰ ਨਹੀਂ ਆਇਆ। ਮੇਰੀ ਤਾਂ ਸਾਰੀ ਰਾਤ ਚਿੰਤਾ ਵਿੱਚ ਜਾਨ ਸੁੱਕੀ ਰਹੀ, ਬਿੜਕਾਂ ਭੰਨਦਿਆਂ ਗੁਜ਼ਰੀ ਸਾਰੀ ਰਾਤ। ਤੂੰ ਜਰਾ ਨੀਨੀ ਦੇ ਪਾਪੇ ਨੂੰ ਦੁਕਾਨ ਤੱਕ ਭੇਜ ਕੇ ਪਤਾ ਕਰਵਾ ਦੇ। ਇਹ ਅੰਨੀ ਦਿੱਲੀ ਹੈ, ਮੋਟਰਾਂ ਟਰੱਕਾਂ ਵਾਲੇ ਅੰਨ੍ਹੇਵਾਹ ਚਲਾਉਂਦੇ ਨੇ, ਕਿਧਰੇ ਕੁਛ ਹੋ ਨਾ ਗਿਆ ਹੋਵੇ। ਉਹ ਬੋਲੀ, ਨੀ ਉਹ ਟੁੱਟ ਪੈਣਾ ਕਿਹੜਾ ਘਰ ਬੜਿਆ ਏ। ਸਾਰੀ ਰਾਤ ਫਿਕਰਾਂ 'ਚ ਤਰਲੋ ਮੱਛੀ ਹੁੰਦੀ ਰਹੀਆਂ। ਹੁਣ ਤੜਕਸਾਰ ਚੰਦ ਕੋਲ ਪੁੱਛਣ ਗਈ ਸੀ, ਉੱਥੋਂ ਪਤਾ ਕਰਕੇ ਆ ਰਹੀਆਂ। ਦੋਵੇਂ ਰਾਤ ਦੇ ਉੱਥੇ ਮਰਦੇ ਨੇ ਚੰਡਾਲ ਚੌਂਕੜੀ ਵਿੱਚ। ਹੈ ਭੋਰਾ ਪਰਵਾਹ ਨਿਆਣਿਆਂ ਦੀ ਇਹਨਾਂ ਨੂੰ। ਤੂੰ ਐਵੇਂ ਨਾ ਘਬਰਾਇਆ ਕਰ ਬਹੁਤਾ। ਨੀ ਸਾਡੇ ਕਿਹੜੇ ਹੱਥ ਟੁੱਟੇ ਹੋਏ ਨੇ, ਆਪਣੇ ਜੋਗਾ ਤਾਂ ਕਮਾਈ ਸਕਦੀਆਂ ਹਾਂ। ਜੋਸ਼ ਭਰੇ ਸ਼ਬਦਾਂ ਵਿੱਚ ਕਚੀਚੀ ਵੱਟਦੀ ਹੋਈ ਨੀਨੀ ਦੀ ਬੀਬੀ ਵਿਦਰੋਹੀ ਹੁੰਦੀ ਜਾ ਰਹੀ ਸੀ ਤੇ ਜੀਤ ਬਿਟ-ਬਿਟ ਉਸਦੇ ਮੂੰਹ ਵੱਲ ਤੱਕ ਰਹੀ ਸੀ। ਪਰ ਹੁਣ ਜੀਵਨ ਜਿਉਣ ਲਈ ਨਵੇਂ ਰਸਤੇ ਦੀ ਆਹਟ ਉਸ ਨੂੰ ਸੁਣਾਈ ਦੇ ਗਈ ਸੀ। ਸੋ ਦੋਸਤੋ, ਜੇਕਰ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਤਾਂ ਜੋ ਸਾਡੀ ਅਗਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ।